ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ E9 ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੇ ਵੱਲ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਾਪਸੀ ਨੂੰ ਲੈ ਕੇ ਇੱਕ ਬਹੁਤ ਵੱਡਾ ਮੋੜ ਆ ਗਿਆ ਹੈ। ਕੀ ਮੋੜ ਆਇਆ ਇਹ ਜਾਣਨ ਤੋਂ ਪਹਿਲਾਂ ਸੁਣਦੇ ਹਾਂ ਸਿੱਖ ਜਥੇਬੰਦੀਆਂ ਦੇ ਵੱਡੇ ਆਗੂਆਂ ਦੇ ਕੁਝ ਖਾਸ ਬਿਆਨ। ਪੰਜਾਬ ਸਰਕਾਰ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਤਖਤਾਂ ਦੇ ਸਿੰਘ ਸਾਹਿਬਾਨ ਔਰ ਸੰਤ ਮਹਾਂਪੁਰਖ ਸਾਡੀਆਂ ਬੜੀਆਂ ਧਾਰਮਿਕ ਸਤਿਕਾਰਯੋਗ ਸ਼ਖਸੀਅਤਾਂ, ਇਹਨਾਂ ਨੂੰ ਸਿਕਿਉਰਿਟੀ ਦੇਣੀ ਇਹ ਪੰਜਾਬ ਸਰਕਾਰ ਦਾ ਮੁੱਢਲਾ ਫਰਜ਼ ਹੈ। ਸਿਕਿਉਰਿਟੀ ਦੇਣੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਕਰਕੇ ਛੋਟੀਆਂ ਗੱਲਾਂ ਦੇ ਵਿੱਚ ਪੈ ਕੇ ਸਿਕਿਉਰਿਟੀ ਵਾਪਸ ਲੈਣੀ, ਇਸ ਦਾ ਸਾਰੇ ਸਿੱਖ ਜਗਤ ਦੇ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ। ਇਸ ਕਰਕੇ ਜੇ ਸਿਕਿਉਰਿਟੀ ਦਿੱਤੀ ਹੋਈ ਹੈ ਤਾਂ ਉਹਨੂੰ ਵਾਪਸ ਨਹੀਂ ਲੈਣਾ ਚਾਹੀਦਾ, ਉਹਨੂੰ ਤੁਰੰਤ ਬਹਾਲ ਕਰਕੇ ਸਿੰਘ ਸਾਹਿਬਾਨਾਂ ਦਾ, ਧਾਰਮਿਕ ਹਸਤੀਆਂ ਦਾ ਸਤਿਕਾਰ ਰੱਖਣਾ। ਉਹ ਜਿਹੜੀ ਸੁਰੱਖਿਆ ਨੇ, ਜਿਹੜੇ ਸਾਡੇ ਸਤਿਕਾਰਯੋਗ ਅਹੁਦਿਆਂ ਦੇ ਉੱਤੇ ਬੈਠੇ ਹੋਏ ਆ, ਉਹਨਾਂ ਦੀ ਸੁਰੱਖਿਆ, ਲੋੜੀਂਦੀ ਸੁਰੱਖਿਆ ਜਿਹੜੀ ਆ ਸਾਰਿਆਂ ਨੂੰ ਹੋਣੀ ਚਾਹੀਦੀ। ਜਿਸ ਤਰ੍ਹਾਂ ਵੀ ਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ, ਚਾਹੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੋਰ ਹੈ ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਆ, ਉਹਨਾਂ ਨੂੰ ਸੁਰੱਖਿਆ ਜ਼ਰੂਰ ਮੁਹੱਈਆ ਜਿਹੜੀ ਉਹ ਕਰਵਾਈ ਜਾਣੀ ਚਾਹੀਦੀ। ਨਹੀਂ, ਜਿਹੜੀ ਪੰਜਾਬ ਸਰਕਾਰ ਨੇ ਸਿਕਿਉਰਿਟੀ ਵਾਪਸ ਲਈ ਸੀ ਉਹ ਵਾਪਸ ਨਹੀਂ ਲੈਣੀ ਚਾਹੀਦੀ ਸੀ, ਕਿਉਂਕਿ ਸਿੱਖਾਂ ਦਾ ਸਿਰਮੌਰ ਸ਼੍ਰੀ ਅਕਾਲ ਤਖਤ ਸਾਹਿਬ, ਉਹਦੇ ਜਥੇਦਾਰ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ। ਸੋ ਜਿਹੜੀ ਇਹ ਸਿਕਿਉਰਿਟੀ ਵਾਪਸ ਲਈ ਉਹ ਲੈਣੀ ਨਹੀਂ ਚਾਹੀਦੀ ਸੀ। ਅਸੀਂ ਪੰਜਾਬ ਸਰਕਾਰ ਨੂੰ, ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ, ਉਹਨਾਂ ਨੂੰ ਬੇਨਤੀ ਕਰਦੇ ਹਾਂ, ਜਿਹੜਾ ਇਹ ਫੈਸਲਾ ਤੁਸੀਂ ਸਿੰਘ ਸਾਹਿਬ ਜੀ ਦੀ ਸਿਕਿਉਰਿਟੀ ਲੈਣ ਦਾ ਜਿਹੜਾ ਵਾਪਸ ਲਿਆ, ਇਹਨੂੰ ਵਾਪਸ ਲੈਣ ਦਾ ਜਿਹੜਾ ਕਰੋ। ਸੋ ਸਰਕਾਰ ਦਾ ਵੀ ਧੰਨਵਾਦ ਕਰਾਂਗੇ। ਸਰਕਾਰਾਂ ਕਰਦੀਆਂ ਹੁੰਦੀਆਂ, ਇਹ ਕੋਈ ਗੱਲ ਨਹੀਂ। ਦੇਖੋ, ਜਥੇਦਾਰ ਦੇ ਕੋਲ ਸਿੱਖ ਸੰਗਤਾਂ ਦੀ ਬਹੁਤ ਸਿਕਿਉਰਿਟੀ ਹੈਗੀ ਹੈ। ਜਿੰਨੇ ਮਰਜ਼ੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਕੋਲ ਟਾਸਕ ਫੋਰਸ ਹੈਗੀ ਹੈ, ਕੋਈ ਐਡਾ ਇਸ਼ੂ ਨਹੀਂ ਹੈਗਾ ਕਿ ਜੇ ਪੰਜਾਬ ਸਰਕਾਰ ਹੀ ਸਿਕਿਉਰਿਟੀ ਦੇਊਗੀ ਤਾਂ ਹੀ ਸਿਕਿਉਰਿਟੀ 'ਤੇ ਖੜਨਾ ਹੈ। ਜੇ ਉਹਨਾਂ ਨੇ ਸਿਕਿਉਰਿਟੀ ਵਾਪਸ ਵੀ ਲੈ ਲਈ ਹੈ ਤੇ ਜਥੇਦਾਰ ਨੇ ਆਪ ਵੀ ਇਹਦੇ 'ਤੇ ਪ੍ਰਤੀਕਰਮ ਦੇ ਦਿੱਤਾ ਹੈ ਕਿ ਕੋਈ ਗੱਲ ਨਹੀਂ, ਜਿਵੇਂ ਚਾਹੁੰਦੀ ਹੈ ਗੌਰਮੈਂਟ ਰੱਖ ਲਵੇ, ਸਾਡੇ ਕੋਲ ਨੌਜਵਾਨਾਂ ਦੀ ਸਿਕਿਉਰਿਟੀ ਹੈਗੀ ਹੈ। ਇਸ ਕਰਕੇ ਉਹਨਾਂ ਨੇ ਖੁਦ ਹੀ ਇਸ ਚੀਜ਼ ਦਾ ਬਿਆਨ ਦੇ ਦਿੱਤਾ। ਹੁਣ ਰੁਕ ਕਰਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦਾ। ਡੱਲਾ ਜੀ, ਕੀ ਨਵਾਂ ਮੋੜ ਆਇਆ ਇਸ ਪੂਰੇ ਮਾਮਲੇ ਦੇ ਵਿੱਚ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਦਾ ਜਿਹੜਾ ਮਾਮਲਾ ਹੈ, ਇਹ ਅਤਿਅੰਤ ਗੰਭੀਰ ਮਾਮਲਾ ਹੈ। ਪੂਰੀ ਦੁਨੀਆ ਦੇ ਵਿੱਚ ਇਸ ਸਿਰਮੌਰ ਸੰਸਥਾ ਨੂੰ ਰਿਪਰੈਜ਼ੈਂਟ ਕਰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਔਰ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਨੂੰ ਬਹੁਤ ਸੋਚ ਸਮਝ ਕੇ ਸੰਜਮ ਨਾਲ ਸ਼੍ਰੀ ਜਥੇਦਾਰ ਅਕਾਲ ਤਖਤ ਸਾਹਿਬ ਦੀ ਸੁਰੱਖਿਆ 'ਤੇ ਫੈਸਲਾ ਕਰਨਾ ਚਾਹੀਦਾ ਸੀ। ਉਹ ਠੀਕ ਹੈ ਕਿ ਬਾਅਦ ਦੇ ਵਿੱਚ ਸਰਕਾਰ ਨੇ ਕਿਹਾ ਕਿ ਅਸੀਂ ਜਿਹੜੀ ਸੁਰੱਖਿਆ ਉਹ ਜਾਰੀ ਰੱਖਾਂਗੇ, ਅਤੇ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਕਿ ਅਸੀਂ ਨਹੀਂ ਹੁਣ ਇਹ ਸੁਰੱਖਿਆ ਲੈਣੀ। ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਉਹਨਾਂ ਦੀ ਸਰਕਾਰ ਦੇ ਅਫਸਰ ਇਸ ਮਾਮਲੇ ਦੇ ਵਿੱਚ ਕਾਹਲੀ ਕਰ ਗਏ, ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਅਸੀਂ ਸਮਝ ਸਕਦੇ ਹਾਂ ਕਿ ਹਮੇਸ਼ਾ ਹੀ ਕਿਤੇ ਨਾ ਕਿਤੇ ਉਹ ਥ੍ਰੈਟ 'ਤੇ ਨੇ। ਉਹਨਾਂ ਨੂੰ ਸੱਚਮੁੱਚ ਸੁਰੱਖਿਆ ਦੀ ਲੋੜ ਹੈ, ਔਰ ਪੰਜਾਬ ਦੀ ਸਰਕਾਰ ਨੂੰ ਇਹ ਤੈਅ ਕਰਨਾ ਪਊਗਾ ਕਿ ਜਿਨ੍ਹਾਂ ਲੋਕਾਂ ਨੂੰ ਸੁਰੱਖਿਆ ਦਿੱਤੀ ਗਈ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੇ ਥ੍ਰੈਟ ਨੇ, ਕਿਸ ਤਰ੍ਹਾਂ ਦੀ ਕੈਟਾਗਰੀਜ਼ ਦੇ ਵਿੱਚ ਅਸੀਂ ਸੁਰੱਖਿਆ ਨੂੰ ਰਿਵਿਊ ਕਰਨਾ ਔਰ ਕਦੋਂ ਕਰਨਾ ਹੈ। ਕੱਲ੍ਹ ਵੀ ਜਿਹੜੀ 424 ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ ਜਾਂ 424 ਦਾ ਅੰਕੜਾ ਆਇਆ, ਉਹਦੇ 'ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਦੇ ਲਈ ਸੁਰੱਖਿਆ, ਔਰ ਭਗਵੰਤ ਮਾਨ ਦੀ ਸਰਕਾਰ ਨੇ ਜਦੋਂ ਵਿਰੋਧ ਦੇ ਵਿੱਚ ਫੈਸਲੇ ਆਏ, ਜਦੋਂ ਵੱਖ-ਵੱਖ ਸਿੱਖ ਆਗੂਆਂ ਨੇ ਵਿਰੋਧ ਕੀਤਾ, ਜਦੋਂ ਅਕਾਲੀ ਦਲ ਨੇ ਵਿਰੋਧ ਕੀਤਾ, ਉਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਨੇ ਇਹ ਫੈਸਲਾ ਵਾਪਸ ਵੀ ਲੈ ਲਿਆ। ਮੀਡੀਆ ਦੇ ਵਿੱਚ ਇਹ ਰਿਪੋਰਟ ਹੋਇਆ, ਪਰ ਬਾਅਦ 'ਚ ਜਥੇਦਾਰ ਸਾਹਿਬ ਨੇ ਕਿਹਾ ਕਿ ਨਹੀਂ, ਹੁਣ ਅਸੀਂ ਇਹ ਸੁਰੱਖਿਆ ਨਹੀਂ ਲੈਣੀ। ਮੈਨੂੰ ਇਹ ਲੱਗਦਾ ਹੈ ਕਿ ਸੂਬੇ 'ਚ ਸਰਕਾਰ ਔਰ ਸ਼੍ਰੀ ਅਕਾਲ ਤਖਤ ਸਾਹਿਬ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦਾ ਆਪਸੀ ਭਾਵਨਾ ਦੇ ਨਾਲ ਮਿਲ ਕੇ ਫੈਸਲੇ ਲੈਣਾ ਬਹੁਤ ਜ਼ਰੂਰੀ ਹੈ, ਖਾਸ ਤੌਰ 'ਤੇ ਸੁਰੱਖਿਆ ਦੇ ਮਾਮਲੇ 'ਤੇ, ਸਾਡੇ ਧਾਰਮਿਕ ਸਮਾਗਮਾਂ ਦੇ ਮਾਮਲੇ 'ਤੇ, ਕਿਉਂਕਿ ਇਹ ਆਪਸੀ ਮਿਲਵਰਤਨ ਹੈ ਜਿਹੜਾ ਇਹੀ ਸੂਬੇ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਾਡੇ ਧਾਰਮਿਕ ਸਮਾਗਮਾਂ ਦੇ ਪ੍ਰਬੰਧ ਵੱਲ ਵੀ ਤੁਰੂਗਾ। ਮੈਨੂੰ ਇਹ ਲੱਗਦਾ ਕਿ ਇਹਦੇ 'ਚ ਇੱਕ ਵੱਡਾ ਜਿਹੜਾ ਮੋੜ ਆਇਆ, ਉਹ ਵੱਡਾ ਮੋੜ ਇਹ ਆਇਆ ਕਿ ਕਿਤੇ ਨਾ ਕਿਤੇ ਫਰਕ ਪੈਂਦਾ ਨਜ਼ਰ ਆ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਪੰਜਾਬ ਸਰਕਾਰ ਦੀ ਆਪਸੀ ਜਿਹੜੀ ਮੁੱਦਿਆਂ ਨੂੰ ਸਮਝਣ ਦੀ ਸੋਚ ਹੈ, ਤਾਕਤ ਹੈ ਉਹਦੇ ਵਿੱਚ। ਔਰ ਇਹਦਾ
ਆਉਂਦੇ ਦਿਨਾਂ 'ਚ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ, ਕਿਉਂਕਿ ਪਿਛਲੇ ਸਮਿਆਂ 'ਚ ਵੀ ਅਸੀਂ ਦੇਖਿਆ ਕਿ ਕਈ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਸਮਾਗਮ ਵੱਖਰੇ ਕਰਦੀ ਸੀ, ਸਰਕਾਰਾਂ ਸਮਾਗਮ ਵੱਖਰੇ ਕਰਦੀਆਂ ਸੀ। ਔਰ ਅਸੀਂ ਹਮੇਸ਼ਾ ਹੀ ਇਹ ਚਾਹੁੰਦੇ ਆਮ ਲੋਕ ਕਿ ਸਰਕਾਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਸਾਡੇ ਵੱਡੇ ਦਿਨ ਨੇ ਉਹਨਾਂ ਦੇ ਵਿੱਚ ਇੱਕੋ ਹੀ ਸਮਾਗਮ ਕਰਨ, ਤਾਂ ਕਿ ਇੱਕ ਏਕੇ ਦਾ ਸੁਨੇਹਾ ਜਾਵੇ। ਪਰ ਇਸ ਫੈਸਲੇ ਨਾਲ ਕਿਤੇ ਦੁਬਾਰਾ ਉਹ ਜਿਹੜਾ ਮਨਮੁਟਾਅ ਵਾਲੀ ਸਥਿਤੀ ਹੈ ਨਾ ਬਣੇ। ਇਹ ਜਿਹੜੀ ਚੀਜ਼ ਹੈ ਇਹ ਸਾਨੂੰ ਸਭ ਨੂੰ ਸੋਚ ਸਮਝ ਕੇ ਅੱਗੇ ਵਧਣ ਦੀ ਇਸੇ ਕਰਕੇ ਲੋੜ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਸਰਕਾਰਾਂ ਨੂੰ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਵਰਗੇ ਜਿਹੜੇ ਸਾਡੇ ਸਭ ਤੋਂ ਵੱਡੇ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੇ ਸੁਰੱਖਿਆ ਦੇ ਮਾਮਲੇ ਦੇ ਉੱਤੇ ਬਹੁਤ ਜਿਹੜੀ ਹੈ ਗੁਪਤ ਨੀਤੀ ਵਰਤਣੀ ਚਾਹੀਦੀ ਹੈ। ਬਹੁਤ ਸਾਰਵਜਨਿਕ ਤੌਰ ਤੇ ਜਿਹੜੇ ਸਾਡੇ ਵੱਡੇ ਸਿੱਖ ਆਗੂ ਨੇ, ਧਾਰਮਿਕ ਥਾਵਾਂ ਦੇ ਆਗੂ ਨੇ, ਉਹਨਾਂ ਦੀ ਸੁਰੱਖਿਆ ਨੂੰ ਗੁਪਤ ਤਰੀਕੇ ਨਾਲ ਵਾਚਣਾ ਔਰ ਉਹਦੇ ਵਿੱਚ ਤਬਦੀਲੀਆਂ ਜਾਂ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ। ਬਹੁਤ ਜ਼ਿਆਦਾ ਖੁੱਲ੍ਹਾਪਣ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਸੁਰੱਖਿਆ ਦੇ ਮਾਮਲੇ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ। ਤੇ ਹੁਣ ਸੁਣਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀ ਕਿਹਾ। ਮੈਨੂੰ ਤਾਂ ਕੋਈ ਬਹੁਤਾ ਪਤਾ ਨਹੀਂ ਹੈ। ਕੋਈ ਮੁੰਡੇ ਦੱਸਦੇ ਆ ਵੀ ਫੋਨ ਆਇਆ ਕਿ ਸਾਨੂੰ ਵਾਪਸ ਬੁਲਾਇਆ, ਅਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਬਾਕੀ ਜਿਹੜੇ ਅੱਧੀ ਜਿਹੜੀ ਸੀਗੀ ਕੁਛ ਮੁੰਡੇ ਸੀਗੇ ਉਹ ਅਕਾਲ ਤਖਤ ਸਾਹਿਬ ਵੱਲੋਂ ਮੈਂ ਸੈਕਟਰੀ ਨੂੰ ਕਹਿਤਾ ਕਿ ਸਰਕਾਰ ਨਾਲ ਗੱਲ ਕਰਕੇ ਇਹ ਜਿਹੜੇ ਹੈਗੇ ਆ ਇਹ ਵੀ ਵਾਪਸ ਜਿਹੜੇ ਆ ਉਹ ਲੈ ਜਾਣ, ਕਿਉਂਕਿ ਸਾਨੂੰ ਕਿਸੇ ਸਿਕਿਉਰਿਟੀ ਦੀ ਖਾਸ ਤੌਰ 'ਤੇ ਪੰਜਾਬ ਸਰਕਾਰ ਦੀ ਸਿਕਿਉਰਿਟੀ ਦੀ ਜਿਹੜੀ ਹੈ ਲੋੜ ਨਹੀਂ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਭਲਾ ਹੋਆ ਮੇਰਾ ਚਰਖਾ ਟੁੱਟਾ ਜਿੰਦਾ ਜ਼ੱਬ ਛੁੱਟੀ। ਖਾਲਸਾ ਪੰਥ ਸਾਡੇ ਸਿੱਖ ਨੌਜਵਾਨ ਸਿਕਿਉਰਿਟੀ ਕਰਨ ਲਈ ਕਾਫੀ ਹੈ। ਪੰਜਾਬ ਸਰਕਾਰ ਦੀ ਕੋਈ ਸਿਕਿਉਰਿਟੀ ਦੀ ਲੋੜ ਨਹੀਂ। ਜਿਹੜੀ ਬਾਕੀ ਹੈਗੀ ਉਹ ਅਸੀਂ ਖੁਦ ਵਾਪਸ ਕਰ ਰਹੇ ਹਾਂ। ਕਿੰਨੇ ਬੰਦੇ ਤੁਹਾਡੇ ਕੋਲ, ਕਿੰਨੇ ਕੁ ਲੱਗੇ ਸੀ ਬੰਦੇ ਕੋਲ? ਮੇਰੇ ਕੋਲ 5-6 ਬੰਦੇ ਸੀ, ਜਿਹਦੇ 'ਚੋਂ ਅੱਧੇ ਵਾਪਸ ਲੈ ਲਏ, ਅੱਧੇ ਅਸੀਂ ਖੁਦ ਵਾਪਸ ਕਰ ਰਹੇ ਹਾਂ। ਉਧਰ ਨਵਜੋਤ ਸਿੰਘ ਸਿੱਧੂ ਦੇ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਅਰਦਾਸਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕੱਲ ਮਾਨਸਾ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਾਈ ਗਈ। ਗੁਰਦੁਆਰਾ ਸਾਹਿਬ ਪਿੰਡ ਠੂਠਿਆਂ ਵਾਲੀ ਮਾਨਸਾ ਵਿਖੇ ਨਵਜੋਤ ਸਿੰਘ ਸਿੱਧੂ ਦੀ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਵਾਈ ਗਈ। ਅਰਦਾਸ ਮੌਕੇ ਸਰਦਾਰ ਹਰਦਿਆਲ ਸਿੰਘ ਕੰਬੋਜ, ਸਰਦਾਰ ਸੁਰਜੀਤ ਸਿੰਘ ਧੀਮਾਨ, ਸਰਦਾਰ ਜਗਦੇਵ ਸਿੰਘ ਕਮਾਲਪੁਰ, ਸਾਰੇ ਸਾਬਕਾ ਐਮਐਲਏ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਆਗੂ ਅਤੇ ਇਲਾਕੇ ਦੀਆਂ ਸੰਗਤਾਂ ਸ਼ਾਮਲ ਹੋਈਆਂ। ਨਾਜਰ ਸਿੰਘ ਮਾਨਸਈਆ ਸਾਬਕਾ ਐਮਐਲਏ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਬੜੇ ਲੰਮੇ ਸਮੇਂ ਤੋਂ ਸਮੂਹ ਸੰਗਤਾਂ ਦੀਆਂ ਭਾਵਨਾਵਾਂ ਮੁਤਾਬਿਕ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਦਾ ਲਾਂਘਾ ਖਲਵਾਉਣ ਦੀ ਵਿਸ਼ੇਸ਼ ਉਪਰਾਲੇ ਕੀਤੇ ਹਨ। ਇਸ ਲਈ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰਨੀਆਂ ਸਾਡਾ ਵੀ ਫਰਜ਼ ਬਣਦਾ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਦੇ ਬੁਲਾਰੇ ਨੇ ਇੱਕ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਭਗਵੰਤ ਮਾਨ ਨੂੰ ਜਲਦ ਮਿਲਣਗੇ ਅਤੇ ਕਰਪਟ ਲੀਡਰਾਂ ਦੀ ਜਿਹੜੀ ਲਿਸਟ ਹੈ ਉਹ ਭਗਵੰਤ ਮਾਨ ਨੂੰ ਸੌਂਪਣਗੇ। ਮਿਲਿਆ ਜਾਊਗਾ ਜਲਦ। ਤੇ ਇੱਕ ਸਾਡੇ ਪੁਰਾਣੇ ਦੋਸਤਾਂ ਦੀ ਮੰਗ ਹੈਗੀ ਹੈ ਕਿ ਜਿਹੜੇ ਨਾਮ ਨੇ, ਜਿਹੜੇ ਉਹ ਮਾਈਨਿੰਗ ਦੇ ਵਿੱਚ ਲਿਪਤ ਸਨ ਮੰਤਰੀ ਤੇ ਬਾਕੀ ਨਾਮ ਐਮਐਲਏਆਂ ਦੇ ਆ, ਉਹਨਾਂ ਬਾਰੇ ਵੀ ਡਿਸਕਸ਼ਨ ਜ਼ਰੂਰ ਹੋਊਗੀ ਉਸ ਮੀਟਿੰਗ ਦੇ ਵਿੱਚ। ਤੇ ਨਾਮ ਦੱਸ ਕੇ ਆਏ ਵੀ ਜਾਣਗੇ ਕਿ ਕੌਣ ਮਾਈਨਿੰਗ ਕਰਦਾ ਰਿਹਾ, ਕਿਨੇ ਪੰਜਾਬ ਦਾ ਕੀ ਲੁੱਟਿਆ। ਕਿਉਂਕਿ ਪਹਿਲਾਂ ਅਗਰ ਦੋਸਤ ਵੀ ਚੰਗੇ ਸੀ ਤਾਂ ਹੁਣ ਦੁਸ਼ਮਣੀ ਵੀ ਚੰਗੀ ਤਰ੍ਹਾਂ ਨਿਭਾਵਾਂਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਨਾਮ ਹਾਈ ਕਮਾਂਡ ਨੂੰ ਦਿੱਤੇ ਸਨ, ਪਰ ਉਸ ਹਾਈ ਕਮਾਂਡ ਨੇ ਉਹ ਲੋਕਾਂ ਦੇ ਪ੍ਰਤੀ ਕਾਰਵਾਈ ਕਰਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਤਾ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਆਪਦੀ ਕੈਬਨਿਟ ਚੋਂ ਬਾਹਰ ਕੱਢਣਾ ਚਾਹੁੰਦੇ ਸੀਗੇ। ਪਰ ਉਹਨਾਂ ਨੇ ਕੀ ਪਤਾ ਉਸ ਫੰਡਸ ਦੇ ਵਿੱਚੋਂ ਉਹ ਫੰਡ ਗਾਹਾਂ ਹਾਈ ਕਮਾਂਡ ਨੂੰ ਵੀ ਟ੍ਰਾਂਸਫਰ ਕਰਤੇ, ਜਿਹੜੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਤੇ ਹੋ ਗਈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਦਿਖੂਗਾ ਤੇ ਤੁਹਾਡੇ ਸਾਹਮਣੇ ਹੋਊਗਾ। ਇਸੇ ਮਸਲੇ ਦੇ ਉੱਪਰ ਇੱਕ ਵਾਰ ਫਿਰ ਰੁਖ ਕਰਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦਾ। ਡੱਲਾ ਜੀ, ਕਿਵੇਂ ਦੇਖਦੇ ਇਸ ਪੂਰੇ ਮਾਮਲੇ ਨੂੰ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਵੱਡਾ ਸਿਆਸੀ ਪੱਤਾ ਖੇਡਿਆ ਚੋਣਾਂ ਤੋਂ ਠੀਕ ਪਹਿਲਾਂ। ਜ਼ਿਮਨੀ ਚੋਣ ਹੋਣ ਵਾਲੀ ਹੈ, ਜਿੱਥੇ ਸੰਗਰੂਰ ਦੇ ਵਿੱਚ, ਜਿੱਥੇ ਲੋਕ ਕਾਂਗਰਸ ਬੀਜੇਪੀ ਨਾਲ ਰਲ ਕੇ ਮੈਦਾਨ 'ਚ ਉਮੀਦਵਾਰ ਉਤਾਰ ਸਕਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਕੁਝ ਦਿਨ ਪਹਿਲਾਂ ਜਿਹੜਾ ਭਗਵੰਤ ਮਾਨ ਨੇ ਇੱਕ ਵੱਡਾ ਐਕਸ਼ਨ ਕੀਤਾ, ਆਪਣੇ ਮੰਤਰੀ ਨੂੰ ਬਰਖਾਸਤ ਕੀਤਾ ਕਰਪਸ਼ਨ ਦੇ ਇਲਜ਼ਾਮਾਂ ਤੋਂ ਬਾਅਦ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇੰਜ ਲੱਗਿਆ, ਭਾਵੇਂ ਬਿਆਨ ਸੁਖਜਿੰਦਰ ਰੰਧਾਵਾ ਨੇ ਪਹਿਲਾਂ ਇੱਕ ਦਿੱਤਾ ਸੀ, ਪਰ ਮੈਨੂੰ ਇਹ ਲੱਗਦਾ ਕਿ ਕੈਪਟਨ ਅਮਰਿੰਦਰ ਨੂੰ ਵੀ ਇੰਜ ਲੱਗਿਆ ਕਿ ਇਹ ਇੱਕ ਵੱਡਾ ਮੁੱਦਾ ਹੈ ਔਰ ਇਹਦੇ ਤੇ ਪੰਜਾਬ ਲੋਕ ਕਾਂਗਰਸ ਦੀ ਸਿਆਸਤ ਨੂੰ ਵੀ ਅੱਗੇ ਵਧਾਇਆ ਜਾ ਸਕਦਾ ਹੈ। ਕਿਉਂਕਿ ਅਗਰ ਕੈਪਟਨ ਮੁੱਖ ਮੰਤਰੀ ਹੁੰਦੇ ਨਵਜੋਤ ਸਿੰਘ ਸਿੱਧੂ ਨੂੰ ਖੂੰਜੇ ਲਾ ਸਕਦੇ ਸੀ, ਉਹਨਾਂ ਦਾ ਮਹਿਕਮਾ ਬਦਲ ਸਕਦੇ ਸੀ,
ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਲੋਕਾਂ ਤੇ ਕਾਰਵਾਈ ਵੀ ਕਰ ਸਕਦੇ ਸੀ ਜਿਹੜੇ ਕਰਪਟ ਸੀ ਜਾਂ ਜਿਨ੍ਹਾਂ ਦਾ ਨਾਂ ਕਰਪਸ਼ਨ 'ਚ ਆ ਰਿਹਾ ਸੀ। ਸੋ ਹਾਈ ਕਮਾਂਡ ਨੂੰ ਲਿਖ ਦੇਣਾ ਔਰ ਉਸ ਤੋਂ ਬਾਅਦ ਕੋਈ ਕਾਰਵਾਈ ਨਾ ਕਰਨਾ, ਕੈਪਟਨ ਅਮਰਿੰਦਰ ਸਿੰਘ ਇਸ ਤਰੀਕੇ ਦੇ ਮੁੱਖ ਮੰਤਰੀ ਮੰਨੇ ਜਾਂਦੇ ਸੀ ਜਿਹੜੇ ਆਪਣੇ ਫੈਸਲਿਆਂ ਲਈ ਹਾਈ ਕਮਾਂਡ ਦੀ ਗੱਲ ਨਹੀਂ ਸੀ ਸੁਣਦੇ। ਜਦੋਂ ਪਾਣੀਆਂ ਬਾਰੇ ਗੱਲ ਆਈ ਸੀ ਉਦੋਂ ਕੈਪਟਨ ਅਮਰਿੰਦਰ ਬਾਰੇ ਕਿਹਾ ਜਾਂਦਾ ਸੀ ਕਿ ਕੇਂਦਰ 'ਚ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ ਗੱਲ ਵੀ ਨਹੀਂ ਮੰਨੀ ਔਰ ਆਪਣੀ ਸਰਕਾਰ ਦੇ ਹੁੰਦੇ ਹੀ ਪੰਜਾਬ ਦੇ ਵਿੱਚ ਸਾਰੇ ਪਾਣੀਆਂ ਦੇ ਸਮਝੌਤੇ ਵਿਧਾਨ ਸਭਾ 'ਚ ਨਵਾਂ ਬਿੱਲ ਲਿਆ ਕੇ ਰੱਦ ਕਰਤੇ। ਹਾਲਾਂਕਿ ਉਹ ਬਾਅਦ 'ਚ ਸੁਪਰੀਮ ਕੋਰਟ ਨੇ ਕੈਪਟਨ ਅਮਰਿੰਦਰ ਦੇ ਰੱਦ ਕੀਤਾ ਜਿਹੜਾ ਬਿੱਲ ਸੀ ਉਹਨੂੰ ਵੀ ਰੱਦ ਕਰਤਾ ਸੀ ਕਿ ਉਹ ਲੀਗਲ ਨਹੀਂ ਹੈ, ਗੈਰ ਕਾਨੂੰਨੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਦਾ ਇਹ ਤਰਕ ਬਹੁਤਾ ਜ਼ਿਆਦਾ ਮੰਨਣਯੋਗ ਨਹੀਂ ਲੱਗਦਾ ਮੈਨੂੰ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਕਰਪਟ ਲੀਡਰਾਂ ਤੇ ਕਾਰਵਾਈ ਨਹੀਂ ਹੋਣ ਦਿੱਤੀ। ਕੈਪਟਨ ਅਮਰਿੰਦਰ ਚਾਹੁੰਦੇ ਤੇ ਕਾਰਵਾਈ ਕਰ ਸਕਦੇ ਸੀ। ਉਸ ਵੇਲੇ ਵੀ ਇਹਨਾਂ ਦੇ ਨਾਮ ਕੈਪਟਨ ਅਮਰਿੰਦਰ ਨਸ਼ਰ ਕਰ ਸਕਦੇ ਸੀ, ਪਰ ਉਸ ਵੇਲੇ ਉਹਨਾਂ ਨੇ ਅਜਿਹਾ ਨਹੀਂ ਕੀਤਾ। ਪਰ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਜਿਹੜਾ ਮੰਤਰੀ ਬਰਖਾਸਤ ਕਾਂਡ ਕਰਤਾ, ਕਰਪਸ਼ਨ ਦੇ ਐਲੀਗੇਸ਼ਨਾਂ ਤੇ ਇੱਕ ਮੰਤਰੀ ਨੂੰ ਬਰਖਾਸਤ ਕਰਤਾ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤਿਆਰ ਹੋ ਗਏ ਨੇ ਕਿ ਮੈਂ ਮੰਤਰੀਆਂ ਦੇ ਨਾਮ ਜਿਹੜੇ ਨੇ ਪਿਛਲੀ ਸਰਕਾਰ ਦੇ ਕਰਪਟ ਮੰਤਰੀ ਜਾਂ ਸ਼ੱਕੀ ਮੰਤਰੀ ਜਾਂ ਐਮਐਲਏ ਉਹਨਾਂ ਦੇ ਨਾਮ ਦੇ ਕੇ ਆਉਣੇ ਨੇ ਭਗਵੰਤ ਮਾਨ ਨੂੰ। ਮੈਨੂੰ ਲੱਗਦਾ ਇਹ ਇੱਕ ਸਿਆਸੀ ਮੁੱਦਾ ਬਣਾਉਣ ਦੀ ਕੋਸ਼ਿਸ਼ ਵੀ ਹੈ, ਕਿਉਂਕਿ ਉਹਨਾਂ ਦੇ ਬੁਲਾਰੇ ਦਾ ਵੀ ਜਿਹੜਾ ਬਿਆਨ ਆਇਆ ਕਿ ਕੈਪਟਨ ਅਮਰਿੰਦਰ ਨੇ ਜਿੰਨੀ ਚੰਗੀ ਤਰ੍ਹਾਂ ਦੋਸਤੀ ਨਿਭਾਈ ਓਨੀ ਚੰਗੀ ਤਰ੍ਹਾਂ ਉਹ ਦੁਸ਼ਮਣੀ ਕਰਨਗੇ ਜਾਂ ਇਸ ਤਰੀਕੇ ਦਾ ਉਹਨਾਂ ਦਾ ਸੰਕੇਤਕ ਬਿਆਨ ਸੀ। ਮੈਨੂੰ ਇਹ ਲੱਗਦਾ ਕਿ ਪੰਜਾਬ ਕਿਸੇ ਦੀ ਵੀ ਦੋਸਤੀ ਤੇ ਦੁਸ਼ਮਣੀ ਤੋਂ ਜ਼ਿਆਦਾ ਵੱਡਾ ਹੈ। ਪੰਜਾਬ ਨੂੰ ਕਿਸੇ ਦੀਆਂ ਨਿੱਜੀਆਂ ਦੋਸਤੀਆਂ ਦੁਸ਼ਮਣੀਆਂ ਦੇ ਨਾਲ ਕੁਝ ਨਹੀਂ ਮਿਲਣਾ। ਅਗਰ ਸੱਚਮੁੱਚ ਕੈਪਟਨ ਅਮਰਿੰਦਰ ਸਿੰਘ ਕੋਲੇ ਅਜਿਹੇ ਸ਼ੱਕੀ ਲੋਕਾਂ ਦੇ ਨਾਂ ਨੇ, ਕੋਈ ਸਬੂਤ ਨੇ, ਤੇ ਕੈਪਟਨ ਅਮਰਿੰਦਰ ਨੂੰ ਟਵੀਟ ਦੇ ਉੱਤੇ ਜਾਰੀ ਕਰ ਦੇਣੇ ਚਾਹੀਦੇ ਨੇ, ਸਿੱਧੇ ਭਗਵੰਤ ਮਾਨ ਨੂੰ ਟਵੀਟ ਕਰ ਦੇਣਾ ਚਾਹੀਦਾ ਹੈ ਤਾਂ ਕਿ ਭਗਵੰਤ ਮਾਨ ਉਹਨਾਂ ਦੇ ਉੱਤੇ ਕਾਰਵਾਈ ਕਰਨ। ਅਗਰ ਕੈਪਟਨ ਅਮਰਿੰਦਰ ਗੁਪਤ ਤੌਰ ਤੇ ਨਾਂ ਦੇ ਕੇ ਆਉਂਦੇ ਨੇ, ਮੈਨੂੰ ਇਹ ਲੱਗਦਾ ਹੈ, ਮੇਰੇ ਦਿਮਾਗ 'ਚ ਸਵਾਲ ਪੈਦਾ ਹੁੰਦਾ ਹੈ ਕਿਤੇ ਭਗਵੰਤ ਮਾਨ ਸਿਆਸੀ ਤੌਰ ਤੇ ਉਲਝ ਨਾ ਜਾਣ। ਅਗਰ ਕੈਪਟਨ ਅਮਰਿੰਦਰ ਗੁਪਤ ਤੌਰ ਤੇ ਨਾਂ ਦੇ ਆਏ ਔਰ ਕੁਝ ਦਿਨਾਂ 'ਚ ਅਗਰ ਕਾਰਵਾਈ ਨਾ ਹੋਈ, ਪਤਾ ਨਹੀਂ ਜਿਹੜੇ ਉਹ ਨਾਮ ਦੇਣਗੇ ਕਿ ਸੱਚਮੁੱਚ ਉਹ ਵਿਅਕਤੀ ਕਰਪਟ ਹੋਣਗੇ, ਕਰਪਸ਼ਨ ਦੇ ਉਹਨਾਂ ਕੋਲੇ ਠੋਸ ਸਬੂਤ ਹੋਣਗੇ ਜਾਂ ਨਹੀਂ ਹੋਣਗੇ ਤਾਂ ਰੱਬ ਜਾਣਦਾ ਜਾਂ ਕੈਪਟਨ ਅਮਰਿੰਦਰ ਜਾਣਦਾ। ਪਰ ਅਗਰ ਕੈਪਟਨ ਅਮਰਿੰਦਰ ਵੱਲੋਂ ਭਗਵੰਤ ਮਾਨ ਨੂੰ ਨਾਮ ਸੌਂਪ ਦਿੱਤੇ ਗਏ ਔਰ ਜਾਂਚਾਂ ਦੇ ਵਿੱਚ ਉਹਨਾਂ ਬਾਰੇ ਕੁਝ ਨਾ ਨਿਕਲਿਆ, ਤੇ ਫਿਰ ਇਹੀ ਮੁੱਦੇ ਨੂੰ ਭਗਵੰਤ ਮਾਨ ਦੇ ਖਿਲਾਫ ਆਉਂਦੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਜਾਂ ਬੀਜੇਪੀ ਜਾਂ ਵਿਰੋਧੀ ਵਰਤਣਗੇ ਕਿ ਅਸੀਂ ਤਾਂ ਭਗਵੰਤ ਮਾਨ ਨੂੰ ਨਾਮ ਸੌਂਪ ਕੇ ਆਏ ਸੀ ਜਾ ਕੇ, ਭਗਵੰਤ ਮਾਨ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਸੋ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਕਹਿ ਦੇਣਾ ਚਾਹੀਦਾ ਹੈ ਕਿ ਮੈਂ ਗੁਪਤ ਰੂਪ ਦੇ ਵਿੱਚ ਕਿਸੇ ਦੇ ਨਾਮ ਨਹੀਂ ਲਊਂਗਾ, ਮੈਨੂੰ ਸਾਰਵਜਨਿਕ ਤੌਰ ਦੇ ਉੱਤੇ ਤੁਸੀਂ ਨਾਮ ਦਿਓ, ਤੁਸੀਂ ਟਵੀਟ ਕਰ ਦਿਓ ਨਾਮ, ਤਾਂ ਕਿ ਜਗ ਜ਼ਾਹਰ ਹੋਵੇ ਕਿ ਕੈਪਟਨ ਅਮਰਿੰਦਰ ਨੇ ਕਿਹਨਾਂ ਦੇ ਬਾਰੇ ਨਾਮ ਦਿੱਤੇ ਨੇ। ਕਿਉਂਕਿ ਅਗਰ ਕਰਪਟ ਲੋਕਾਂ ਦੇ ਨਾਮ ਵੀ ਅਸੀਂ ਲੁਕ ਕੇ ਦੇਵਾਂਗੇ ਤੇ ਫਿਰ ਲੋਕਾਂ ਨੂੰ ਬਹੁਤਾ ਜ਼ਿਆਦਾ ਭਰੋਸਾ ਨਹੀਂ ਹੋਣਾ। ਸੋ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਨੂੰ ਟਵੀਟ ਕਰ ਦੇਣੇ ਚਾਹੀਦੇ ਨੇ ਨਾਮ। ਉਧਰ ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਵੈਂਸ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਕੀ ਹੈ ਵੱਡਾ ਦਾਅਵਾ, ਆਓ ਸੁਣਦੇ ਹਾਂ। ਇੱਕ ਕੱਟੜ ਇਮਾਨਦਾਰ ਸਰਕਾਰ ਕੀ ਕਰ ਸਕਦੀ ਹੈ, ਇਸ ਦੀ ਮਿਸਾਲ ਭਗਵੰਤ ਮਾਨ ਜੀ ਦੀ ਸਰਕਾਰ ਹੈ। ਜਦੋਂ ਆਪਾਂ ਗੱਲ ਮਾਈਨਿੰਗ ਦੀ ਕਰਦੇ ਸੀ, ਚਾਹੇ ਜਿਹਦੀ ਮਰਜ਼ੀ ਸਰਕਾਰ ਰਹੀ ਹੋਵੇ, ਪਰ ਇਸ ਧੰਦੇ ਦੇ ਵਿੱਚ ਇੱਕ ਮਾਫੀਆ ਦਾ ਦਬਦਬਾ ਰਿਹਾ। ਇਹ ਪਹਿਲੀ ਵਾਰੀ ਹੈ, ਇਸ ਵਾਰੀ ਕੱਟੜ ਇਮਾਨਦਾਰ ਸਰਕਾਰ ਆਈ ਹੈ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਤੇ ਅਸੀਂ ਦਿਨ ਰਾਤ ਮਿਹਨਤ ਕਰਕੇ ਇਲੀਗਲ ਮਾਈਨਿੰਗ ਪੰਜਾਬ 'ਚੋਂ ਖਤਮ ਕਰ ਦਿੱਤੀ ਹੈ। ਬਤੌਰ ਮਾਈਨਿੰਗ ਮਿਨਿਸਟਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬ ਦੇ ਵਿੱਚੋਂ ਇਲੀਗਲ ਮਾਈਨਿੰਗ ਖਤਮ ਹੋ ਚੁੱਕੀ ਹੈ। ਜਿੱਥੇ ਵੀ ਕਦੀ ਵੀ ਕੋਈ ਇਲੀਗਲ ਮਾਈਨਿੰਗ ਦੀ ਕੰਪਲੇਂਟ ਆਉਂਦੀ ਹੈ, ਫੌਰਨ ਐਕਸ਼ਨ ਹੁੰਦਾ, FIR ਹੁੰਦੀ ਹੈ ਤੇ ਉਹ ਮਾਮਲਾ ਦਰਜ ਕੀਤਾ ਤੇ ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ। ਇਸ ਦੇ ਨਾਲ ਹੀ ਜਿਹੜਾ ਲੀਗਲ ਮਾਈਨਿੰਗ ਹੈ ਉਸ ਦੇ ਵਿੱਚ ਭਾਰੀ ਇਜ਼ਾਫਾ ਹੋਇਆ। ਆ ਜਿਹੜੇ ਟੈਂਡਰ ਦਿੱਤੇ ਗਏ ਸੀ ਇਹ ਪਿਛਲੀ ਸਰਕਾਰ ਵੱਲੋਂ ਦਿੱਤੇ ਗਏ ਸੀ ਤੇ ਮਾਰਚ 2023 ਤੱਕ ਹੈ। ਉਹਨਾਂ ਹੀ ਠੇਕੇਦਾਰਾਂ, ਉਹਨਾਂ ਕੰਟਰੈਕਟਰਾਂ ਤੋਂ ਸ਼ਿਕੰਜਾ ਕੱਸ ਕੇ ਇਮਾਨਦਾਰੀ ਦੇ ਨਾਲ ਲੀਗਲ ਮਾਈਨਿੰਗ ਕਰਾਈ ਗਈ। ਤੇ ਮੈਂ ਤੁਹਾਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਪਿਛਲੇ ਸਾਲ ਸਿਰਫ 35,000 ਤੋਂ 40,000 ਮੈਟ੍ਰਿਕ ਟਨ ਡੇਲੀ ਐਵਰੇਜ ਐਕਸਟ੍ਰੈਕਸ਼ਨ ਹੁੰਦੀ ਸੀ, ਖੱਡਾਂ 'ਚੋਂ ਰੇਤਾ ਬਜਰੀ ਨਿਕਲਦਾ ਸੀ, ਜਦਕਿ ਅਸੀਂ 1 ਲੱਖ ਤੋਂ ਪਾਰ ਲੈ ਕੇ ਜਾ ਚੁੱਕੇ ਹਾਂ। ਕੱਲ ਪੰਜਾਬ ਦੇ ਵਿੱਚ 1,03,000 ਮੈਟ੍ਰਿਕ ਟਨ ਐਕਸਟ੍ਰੈਕਸ਼ਨ ਹੋਈ ਹੈ। ਤੇ ਹੋਰ ਚੌਂਕਾਉਣ ਵਾਲੀ ਆંકੜਾ ਹੈ, ਪਿਛਲੇ ਸਾਲ ਮਈ ਮਹੀਨੇ 'ਚ ਸਿਰਫ 8 ਲੱਖ ਮੈਟ੍ਰਿਕ ਟਨ ਲੀਗਲ ਮਾਈਨਿੰਗ ਹੋਈ ਤੇ ਇਸ ਸਾਲ ਮਈ ਮਹੀਨੇ 'ਚ ਅਸੀਂ ਆਲਰੇਡੀ 18.5 ਲੱਖ ਮੈਟ੍ਰਿਕ ਟਨ ਪਾਰ ਕਰ ਚੁੱਕੇ ਹਾਂ, ਜੋ ਕਿ 2 ਗੁਣਾ ਤੋਂ ਵੀ ਜ਼ਿਆਦਾ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਪਿਛਲੀਆਂ ਸਰਕਾਰਾਂ
ਇਲੀਗਲ ਮਾਈਨਿੰਗ ਕਰਾਉਂਦੀਆਂ ਸੀ ਤੇ ਉਸ ਦੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਜਿਹੜਾ ਹੈ ਉਹਦੇ 'ਚ ਚੋਰੀ ਹੋਈ ਇੱਕ ਮਾਫੀਆ ਚੱਲਦਾ ਸੀਗਾ। ਇਹ ਕੱਟੜ ਇਮਾਨਦਾਰ ਸਰਕਾਰ ਹੈ। ਸਾਡੇ ਮਾਨਨੀय ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਆਦੇਸ਼ ਹੈ, ਉਸ ਦੇ ਤਹਿਤ ਸਾਰੇ ਮਾਈਨਿੰਗ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਕਾਰਨਾਮਾ ਕਰਕੇ ਦਿਖਾਇਆ। ਤੇ ਹੋਰ ਪਿਛਲੇ ਸਾਲ 7 ਦੇ ਵਿੱਚੋਂ 6 ਬਲਾਕ ਚੱਲਦੇ ਸੀ, ਇਸ ਸਾਲ 7 ਦੇ ਵਿੱਚੋਂ ਸਿਰਫ 4 ਬਲਾਕ ਚੱਲ ਰਿਹਾ ਹੈ, ਤਾਂ ਵੀ ਲੀਗਲ ਮਾਈਨਿੰਗ 2.5 ਗੁਣਾ ਤੋਂ ਵੱਧ ਗਈ ਹੈ। ਉਧਰ ਲੁਧਿਆਣੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਬੈਠਕ ਹੋਈ ਹੈ। ਇਸ ਬੈਠਕ ਤੋਂ ਬਾਅਦ ਕੀ ਕਿਹਾ ਕਿਸਾਨ ਆਗੂਆਂ ਨੇ, ਆਓ ਸੁਣਦੇ ਹਾਂ। ਜਿਹੜੀ ਪੰਜਾਬ ਸਰਕਾਰ ਨਾਲ ਪਿੱਛੇ ਮੀਟਿੰਗਾਂ ਹੋਈਆਂ ਨੇ, ਜਿਵੇਂ ਕੋਈ ਭਾਵੇਂ ਜ਼ਮੀਨ ਛਡਾਉਣ ਲਈ ਸੀਗੀਆਂ ਨਜਾਇਜ਼ ਜਿਹੜੀਆਂ ਛਡਵਾ ਰਹੇ ਸੀ, ਉਹ ਫਿਰ ਉਵੇਂ ਉਹਨਾਂ ਨੇ ਕਾਰਵਾਈ ਬੰਦ ਨਹੀਂ ਕੀਤੀ, ਉਵੇਂ ਕਾਰਵਾਈ ਲੱਗੇ ਹੋਏ ਨੇ। ਉਹ ਵਿਚਾਰ ਕਰਾਂਗੇ। ਕੋਈ ਸਾਡੇ ਜਿਹੜੇ ਸ਼ਹੀਦ ਹੋਏ ਆ, ਮੈਂ ਲਿਸਟ ਲੈ ਕੇ ਆਇਆ, 100 ਤੋਂ ਵੱਧ ਬੰਦਿਆਂ ਦੇ ਅਜੇ ਤੱਕ ਮੁਆਵਜ਼ਾ ਪੰਜਾਬ ਸਰਕਾਰ ਨੇ ਨਹੀਂ ਦਿੱਤਾ, ਨੌਕਰੀਆਂ ਨਹੀਂ ਮਿਲੀਆਂ, ਜਿਹੜੀਆਂ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ ਸੜਕਾਂ ਲਈ, ਉਹਨਾਂ ਲਈ ਪੂਰਾ ਮੁਆਵਜ਼ਾ ਸਰਕਾਰ ਨਹੀਂ ਦੇ ਰਹੀ। ਬਾਕੀ ਅਸੀਂ ਹੋਰ ਜਿਹੜੇ ਮਸਲੇ ਨੇ ਉਹ ਵਿਚਾਰਨ ਲਈ ਅੱਜ ਅਸੀਂ ਮੀਟਿੰਗ ਰੱਖੀ ਆ। ਦੇਖੋ, ਸਾਡੀ ਅੱਜ ਦੀ ਮੀਟਿੰਗ ਦਾ ਜਿਹੜਾ ਮੇਨ ਏਜੰਡਾ ਹੈ ਉਹ ਇਹ ਹੈ ਕਿ ਪਿਛਲੇ ਸਮੇਂ ਸਰਕਾਰ ਨੇ ਸਾਡੇ ਨਾਲ ਮੀਟਿੰਗ ਕੀਤੀ ਸੀ 23 ਜਥੇਬੰਦੀਆਂ ਨਾਲ, ਜਿਹੜੀ ਕਮਿਟਮੈਂਟ ਕੀਤੀ ਆ ਉਹਨੂੰ ਮਤਲਬ ਸਰਕਾਰ ਨੇ ਪੂਰੀ ਤਰ੍ਹਾਂ ਲਾਗੂ ਨਜ਼ਰ ਨਹੀਂ ਆ ਰਹੀ, ਜਿਹਦੇ ਸੰਬੰਧ 'ਚ ਹੁਣ ਅਸੀਂ ਬੈਠ ਕੇ ਇੱਥੇ ਡਿਸਕਸ ਕਰਨੀ ਹੈ। ਔਰ ਅਗਲੀ ਗੱਲ ਹੈ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਕੁਝ ਜਥੇਬੰਦੀਆਂ ਰਾਜਨੀਤੀ ਦੇ ਵੱਲ ਨੂੰ ਉਲਾਰ ਕਰ ਗਈਆਂ, ਉਹਨਾਂ ਦੇ ਵਿੱਚੋਂ ਕੁਝ ਦੇ ਉੱਤੇ ਚਿੱਠੀ ਪੱਤਰ ਵਗੈਰਾ ਸਰਕਾਰ ਨੂੰ ਲਿਖਣ ਦੀਆਂ ਵੀ ਗੱਲਾਂ ਸੀਗੀਆਂ, ਉਹਨਾਂ ਨੂੰ ਸਾਡੀ 7 ਮੈਂਬਰੀ ਕਮੇਟੀ ਨੇ ਆ ਕੇ ਡਿਸਕਸ ਕਰਨਾ ਹੈ ਕਿ ਉਹਨਾਂ ਜਥੇਬੰਦੀਆਂ ਨੂੰ ਵਿੱਚ ਲਿਆ ਜਾਵੇ ਜਾਂ ਨਾ ਲਿਆ ਜਾਵੇ, ਕੀ ਕੀਤਾ ਜਾਏ। ਨਹੀਂ, ਜੇਕਰ ਟਿਊਬਵੈੱਲਾਂ ਦੇ ਉੱਤੇ ਮੀਟਰ ਲਗਾਉਣਗੇ ਤਾਂ ਉਹਨਾਂ ਦਾ ਤਾਂ ਵਿਰੋਧ ਹੈ ਹੀ, ਉਹ ਕੋਈ ਅੱਜ ਨਵਾਂ ਨਹੀਂ ਹੈ, ਉਹ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ। ਉਹਦੀ ਤੋਕੀ ਨਹੀਂ ਬਣਦੀ ਉਹਨਾਂ ਮੀਟਰਾਂ ਲਾਉਣ ਦੀ, ਉਹ ਗਲਤ ਕਰ ਰਹੀ ਹੈ ਸਰਕਾਰ। ਨਹੀਂ, ਸਾਡੀ ਜਥੇਬੰਦੀਆਂ ਵੱਲੋਂ ਨਾ ਤੈਂ SKM ਵੱਲੋਂ ਕਿਤੇ ਨਹੀਂ ਸੀਗਾ। ਅਗਰ ਕਿਤੇ ਰੇਲ ਰੋਕੋ ਕੀਤਾ ਹੋਵੇਗਾ, ਕਿਸੇ ਹੋਰ ਜਥੇਬੰਦੀ ਨੇ ਕੀਤਾ ਹੋਇਆ, ਉਸ ਮਤਲਬ ਦੇਖੋ ਜਥੇਬੰਦੀਆਂ ਬਹੁਤ ਨੇ, ਕਰ ਸਕਦੀਆਂ ਨੇ ਆਪਣੇ ਲੈਵਲ ਦੇ ਉੱਤੇ, ਹਰ ਆਦਮੀ ਆਪਦੀ ਅੰਦੋਲਨ ਕਰਨ ਲਈ ਇੰਡੀਪੈਂਡੈਂਟ ਹੈ। ਉਧਰ ਰਾਜ ਸਭਾ ਚੋਣ ਤੇ ਆਪ ਨੂੰ ਵਿਰੋਧੀਆਂ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ। ਆਪ ਪਾਰਟੀ ਵੱਲੋਂ ਜਿਹੜੇ ਹੁਣ ਰਾਜ ਸਭਾ ਲਈ ਅੱਜ 2 ਮੈਂਬਰਾਂ ਦੇ ਨਾਂ ਨਾਮਜ਼ਦ ਕੀਤੇ ਨੇ, ਸਿੱਚਿਆਲ ਸਾਹਿਬ ਤੇ ਸਾਨੀ ਸਾਹਿਬ ਦਾ, ਮੈਂ ਸਮਝਦਾ ਇਹ ਸਵਾਗਤਯੋਗ ਫੈਸਲਾ। ਜਿਵੇਂ ਕਹਿੰਦੇ ਦੇਰ ਆਏ ਦਰੁਸਤ ਆਏ। ਪਹਿਲਾਂ ਜਿਹੜੇ 5 ਮੈਂਬਰ ਰਾਜ ਸਭਾ ਵਿੱਚ ਭੇਜੇ ਨੇ, ਉਹਨਾਂ ਨੇ ਜਿਹੜੇ ਦਾਗ ਲਾਏ ਸੀ ਆਪ ਪਾਰਟੀ ਤੇ, ਉਹਨਾਂ ਨੇ ਪੰਜਾਬ ਵਿਰੋਧੀ ਚਿਹਰਾ ਹੋਣ ਦਾ ਜਿਹੜਾ ਨਮੋਸ਼ੀ ਝੱਲਣੀ ਪੈ ਰਹੀ ਸੀ ਆਪ ਪਾਰਟੀ ਨੂੰ। ਮੈਂ ਸਮਝਦਾ ਕਿ ਇਹ 2 ਰਾਜ ਸਭਾ ਦੇ ਮੈਂਬਰਾਂ ਦੀ ਨਿਯੁਕਤੀ ਦਾ ਐਲਾਨ ਕਰਕੇ ਆਪ ਪਾਰਟੀ ਨੇ ਉਹ ਦਾਗ ਧੋਣ ਦਾ ਯਤਨ ਕੀਤਾ, ਆਪ ਪਾਰਟੀ ਨੇ ਉਸ ਨਮੋਸ਼ੀ ਜੋ ਨਿਕਲਣ ਦਾ ਯਤਨ ਕੀਤਾ। ਕਿਉਂਕਿ ਸਿੱਚਿਆਲ ਸਾਹਿਬ ਵਾਤਾਵਰਨ ਪ੍ਰੇਮੀ ਨੇ, ਕੇਵਲ ਸਿੱਖੇ ਨਹੀਂ ਹੈ, ਕੇਵਲ ਪੰਜਾਬੀਓ ਨਹੀਂ, ਬਲਕਿ ਵਰਲਡ ਨੋਨ ਫਿਗਰ ਨੇ, ਸ਼ੁੱਧ ਵਾਤਾਵਰਨ ਦੇ ਜਿਹੜੇ ਮਾਹਰ ਦੇ ਤੌਰ ਤੇ ਇੱਕ ਗਿਣੇ ਜਾਂਦੇ ਨੇ। ਔਰ ਦੂਜੀ ਗੱਲ, ਬਿਕਰਮਜੀਤ ਸਿੰਘ ਸਾਨੀ, ਉਹ ਵੀ ਪੰਜਾਬ ਤੇ ਪੰਜਾਬੀਅਤ ਦੇ ਇੱਕ ਝੰਡਾ ਬਰਦਾਰ ਦੇ ਤੌਰ ਤੇ ਜਾਣੇ ਪਛਾਣੇ ਨੇ, ਉਹਨਾਂ ਦੇ ਵੀ ਪੰਜਾਬੀ ਮਾਂ ਬੋਲੀ ਨੂੰ ਇੱਕ ਅਹਿਮ ਯੋਗਦਾਨ ਆ। ਸੋ ਇਸ ਤਰ੍ਹਾਂ ਦੇ ਦੋਵੇਂ ਸੱਜਣ ਜਿਹੜੇ ਰਾਜ ਸਭਾ ਵਿੱਚ ਭੇਜੇ ਦਾ ਫੈਸਲਾ ਆਪ ਪਾਰਟੀ ਵੱਲੋਂ ਕੀਤਾ, ਇਹ ਕੁੱਲ ਮਿਲਾ ਕੇ ਸਵਾਗਤਯੋਗ ਫੈਸਲਾ। ਇਸ ਤਰ੍ਹਾਂ ਦੇ ਹੀ ਮੈਂਬਰ ਰਾਜ ਸਭਾ ਜਾਣੇ ਚਾਹੀਦੇ ਆ। ਅਸੀਂ ਤਾਂ ਇਹ ਕਹਿੰਦੇ ਹਾਂ, ਕਾਸ਼ ਜੇ ਇਹੀ ਮਤ ਆਪ ਪਾਰਟੀ ਨੂੰ ਪਹਿਲਾਂ ਆਈ ਹੁੰਦੀ, ਕਾਸ਼ ਜੇ ਇਸ ਤਰ੍ਹਾਂ ਦੇ ਫੈਸਲੇ ਹੀ ਪਿਛਲੇ 5 ਨਾਮਜ਼ਦਗੀਆਂ ਕਰਨ ਵੇਲੇ ਹੋਏ ਹੁੰਦੇ ਤਾਂ ਪੰਜਾਬ ਦਾ ਕਾਫੀ ਫਾਇਦਾ ਹੋ ਸਕਦਾ ਸੀ। ਉਧਰ ਬਰਨਾਲਾ ਦੇ ਵਿੱਚ ਠੇਕਾ ਮੁਲਾਜ਼ਮਾਂ ਦੇ ਵੱਲੋਂ ਆਪ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਦਿੱਤਾ ਗਿਆ ਹੈ। ਠੇਕਾ ਮੁਲਾਜ਼ਮਾਂ ਦੇ ਵੱਲੋਂ ਆਪ ਸਰਕਾਰ ਦੇ ਖਿਲਾਫ ਨਾਰਾਜ਼ਗੀ ਪ੍ਰਗਟ ਕੀਤੀ ਜਾ ਰਹੀ ਹੈ। ਕੀ ਹੈ ਉਹਨਾਂ ਦੀ ਨਾਰਾਜ਼ਗੀ, ਆਓ ਸੁਣਦੇ। ਅੱਜ ਦਾ ਜਿਹੜਾ ਸਾਡਾ ਇਹ ਮੰਗ ਪੱਤਰ ਆ, ਜਿਹੜਾ ਅਸੀਂ ਇਹ ਸਾਡਾ ਅੱਜ ਚੌਥਾ ਮੰਗ ਪੱਤਰ ਆ ਸਰਕਾਰ ਨੂੰ ਜਿਹੜਾ ਦੇਣ ਜਾ ਰਹੇ ਹਾਂਗੇ। ਸੋ ਅਸੀਂ ਅੱਜ ਲੋਕਾਂ ਦੀ ਕਚਹਿਰੀ 'ਚ ਇਹ ਗੱਲ ਰੱਖਣ ਆਏ ਹਾਂਗੇ ਵੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਲੋਕਾਂ ਦਾ ਗਾ, ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਨੇ ਮੈਨੂੰ ਪਹਿਲੀ ਗੱਲ ਦਾ ਪਤਾ ਹੈਗਾ, ਪਰ ਸਾਨੂੰ ਅੱਜ 3 ਮਹੀਨੇ ਹੋ ਗਏ। ਅਸੀਂ ਪਹਿਲਾ ਮੰਗ ਪੱਤਰ ਦਿੱਤਾ, ਸਾਨੂੰ ਉਦੋਂ ਨਹੀਂ ਸਾਡੀ ਕੋਈ ਗੱਲਬਾਤ ਸੁਣੀ। ਸਾਨੂੰ 7 ਤਰੀਕ ਨੂੰ ਚੰਡੀਗੜ੍ਹ ਬੁਲਾ ਕੇ ਅਸੀਂ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸੀਗੇ, ਉਹਦੇ ਖਰਚੇ ਕਰਕੇ, ਡਿਊਟੀਆਂ ਛੱਡ ਕੇ, ਛੁੱਟੀਆਂ ਲੈ ਕੇ, ਪਰ ਸਾਨੂੰ ਉੱਥੇ ਬਰੰਗ ਲਿਫਾਫਿਆਂ ਵਾਂਗੂ ਮੋੜਿਆ ਗਿਆ। 4 ਘੰਟੇ ਬਿਠਾ ਕੇ ਸਾਡੀ ਗੱਲ ਨਹੀਂ ਸੁਣੀ ਗਈ। ਅੱਜ ਦਾ ਜੋ ਸਾਡਾ ਰੋਸ ਮਾਰਚ ਕਰਕੇ ਇੱਥੋਂ ਦੇ ਜਿਹੜਾ ਸਿੱਖਿਆ ਮੰਤਰੀ ਮੀਤ ਹੈਰਾ ਇੱਥੇ ਬਰਨਾਲੇ ਦੀ ਧਰਤੀ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਵੱਲੋਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ, ਕਿਉਂਕਿ ਜਦੋਂ ਦੀ ਆਪ ਸਰਕਾਰ ਬਣੀ ਹੈ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਵੱਲੋਂ ਤਕਰੀਬਨ 3-4 ਮੰਗ ਪੱਤਰ ਜਿਹੜੇ ਦਿੱਤੇ ਗਏ ਆ, ਉਸ ਤੋਂ ਬਾਅਦ ਯਾਦ ਪੱਤਰ ਵੀ ਦਿੱਤੇ ਆ। ਇਸ ਤੋਂ ਪਹਿਲਾਂ
ਇੱਥੋਂ ਦੀ ਭਗਵੰਤ ਮਾਨ ਜੋ ਕਿ ਸੀਐਮ ਨੇ, ਉਹਨਾਂ ਨੇ ਜਿਹੜੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੂੰ ਮੀਟਿੰਗ ਦਿੱਤੀ ਸੀਗੀ। ਜਦੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਅਧਿਕਾਰੀ ਚੰਡੀਗੜ੍ਹ ਸੀਐਮ ਹਾਊਸ ਮੀਟਿੰਗ ਕਰਨ ਦੇ ਲਈ ਗਏ ਆ, ਤਾਂ ਸੀਐਮ ਹਾਊਸ ਦੇ ਵਿੱਚ ਬੈਠਣ ਦੇ ਬਾਵਜੂਦ ਵੀ ਜਿਹੜਾ ਭਗਵੰਤ ਮਾਨ ਹੈ ਉਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਨਾਲ ਮੀਟਿੰਗ ਕਰਨ ਤੋਂ ਭੱਜਿਆ ਗਾ। ਔਰ ਉਸ ਦੇ ਸਬੰਧ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਜਿਹੜੇ ਹਰ ਜਿੰਨੇ ਵੀ ਕੈਬਨਿਟ ਮੰਤਰੀ ਹੈ ਰੋਸ ਮਾਰਚ ਕਰਕੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ। ਤੇ ਹੁਣ ਸੁਣਦੇ ਹਾਂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਖਾਸ ਬਿਆਨ। ਮੈਂ ਸਮਝਦਾ ਬਹੁਤ ਮੰਦਭਾਗਾ ਫੈਸਲਾ। ਕਈ ਮਸਲਿਆਂ ਦੇ ਵਿੱਚ ਕੰਪਰੋਮਾਈਜ਼ ਨਹੀਂ ਹੋ ਸਕਦਾ, ਜਿਵੇਂ ਸਿਕਿਉਰਿਟੀ ਦੇ ਮਾਮਲੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ, ਨਾ ਖਰਚੇ ਦੀ ਗੱਲ ਹੁੰਦੀ ਹੈ, ਨਾ ਕੋਈ ਮਤਲਬ ਉਹਦੇ ਦੇਖੇ ਜਾਂਦੇ ਨੇ। ਇਹ ਵੈਸੇ ਕੋਈ ਮਤਲਬ ਪ੍ਰੋਟੋਕੋਲ ਤਾਂ ਹੈ ਨਹੀਂ ਸਿਕਿਉਰਿਟੀ, ਇਹਦਾ ਸਿਕਿਉਰਿਟੀ ਥ੍ਰੈਟ ਆ। ਜਿਹਨੂੰ ਸਿਕਿਉਰਿਟੀ ਥ੍ਰੈਟ ਆ ਉਹਦੇ ਕਰਕੇ ਸਿਕਿਉਰਿਟੀ ਦਿੱਤੀ ਜਾਂਦੀ ਆ, ਤੇ ਅਚਾਨਕ ਮਤਲਬ ਕਿੰਨਿਆਂ ਬੰਦਿਆਂ ਤੋਂ ਸਿਕਿਉਰਿਟੀ ਲਾ ਲੈਣੀ, ਖਾਸ ਤੌਰ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਮਤਲਬ ਤੋਂ ਐਸੇ ਹਾਲਾਤਾਂ ਵਿੱਚ ਜਦੋਂ ਕਿ ਕਈ ਕਿਸਮ ਦੀ ਵਿਵਾਦਿਤ ਗੱਲਾਂ ਸੂਬੇ ਵਿੱਚ ਭਖ ਰਹੀਆਂ ਹੋਣ, ਉਦੋਂ ਸਿਕਿਉਰਿਟੀ ਲਾਉਣਾ ਮੰਦਭਾਗੀ ਗੱਲ ਆ। ਇਹ ਉਚਿਤ ਫੈਸਲਾ ਨਹੀਂ ਮੈਨੂੰ ਲੱਗੇਗਾ। ਤੇ ਹੁਣ ਸੁਣਦੇ ਹਾਂ ਸਿੱਖ ਆਗੂਆਂ ਦੇ ਇਸੇ ਮੁੱਦੇ ਦੇ ਉੱਪਰ ਕੁਝ ਖਾਸ ਬਿਆਨ। ਮੈਨੂੰ ਹੁਣੇ ਖਬਰ ਮਿਲੀ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦੀ ਜਿਹੜੀ ਸਰਕਾਰੀ ਸਿਕਿਉਰਿਟੀ ਸੀ ਉਹਦੇ ਵਿੱਚੋਂ ਉਹਨਾਂ ਨੇ ਕੁਝ ਗਨਮੈਨ ਜਿਹੜੇ ਹੈਗੇ ਨੇ ਵਾਪਸ ਬੁਲਾਏ ਆ, ਤੇ ਬਾਕੀ ਜਿਹੜੇ ਗਨਮੈਨ ਸੀ ਉਹਦਾ ਵੀ ਮੈਨੂੰ ਪਤਾ ਲੱਗਿਆ ਕਿ ਸਿੰਘ ਸਾਹਿਬ ਜੀ ਨੇ ਆਪ ਉਹ ਵਾਪਸ ਕਰ ਦਿੱਤੇ ਹੈਗੇ ਆ। ਸੋ ਇਸ ਗੱਲ ਤੋਂ ਮੈਂ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਆਲੋਚਨਾ ਕਰਦਾ ਹੈਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸਾਰੇ ਸੰਸਾਰ ਦੇ ਵਿੱਚ ਇੱਕ ਆਪਣਾ ਰੁਤਬਾ ਹੈਗਾ। ਸਿੱਖ ਜਗਤ ਉਸ ਨੂੰ ਸਾਡੀ ਸਿੱਖ ਕੌਮ ਦਾ ਉਹ ਜਥੇਦਾਰ ਹੈ। ਸੋ ਮੈਂ ਇਹ ਸਮਝਦਾ ਕਿ ਜਿਹੜੀ ਸਰਕਾਰ ਦੀ ਇਹ ਨੀਤੀ ਹੈ ਖੋਟੀ ਹੈ। ਸਰਕਾਰ ਅਜਿਹੀਆਂ ਕਾਰਵਾਈਆਂ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਟਕਰਾਓ ਦੀ ਸਥਿਤੀ ਦੇ ਵਿੱਚ ਆ ਰਹੀ ਹੈ, ਕਿਉਂਕਿ ਪਿਛਲੇ ਦਿਨੀ ਸਿੰਘ ਸਾਹਿਬ ਨੇ ਬਿਆਨ ਦਿੱਤਾ ਸੀ ਸਿੱਖ ਆਪਣੀ ਸਵੈ ਰੱਖਿਆ ਲਈ ਆਪਣੇ ਲਾਇਸੈਂਸੀ ਹਥਿਆਰ ਰੱਖਣ। ਉਸ ਦਿਨ ਤੋਂ ਇਸ ਸਿੰਘ ਸਾਹਿਬ ਦੇ ਉੱਤੇ ਉਹ ਨਿਤ ਦਿਹਾੜੇ ਜਿਹੜੇ ਸੀ ਉਹ ਬਿਆਨ ਦਵਾਏ ਜਾ ਰਿਹਾ ਸੀ। ਸੋ ਅਜਿਹੀ ਕਾਰਵਾਈ ਦੀ ਅਸੀਂ ਸਖਤ ਆਲੋਚਨਾ ਕਰਦੇ ਹਾਂ। ਔਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਸਿੱਖ ਜਿਹੜੇ ਹੈਗੇ ਨੇ ਉਹ ਸਰਕਾਰੀ ਸਿਕਿਉਰਿਟੀ ਦੇ ਥੱਲੇ ਜਾਂ ਸਰਕਾਰੀ ਛਤਰੀ ਥੱਲੇ ਨਹੀਂ ਰਹਿੰਦੇ। ਸਿੱਖਾਂ ਦੀ ਹਮੇਸ਼ਾ ਜਿਹੜੀ ਸਿਕਿਉਰਿਟੀ ਹੈ ਉਹ ਸਿੱਖ ਕੌਮ ਆਪਣੀ ਹੁੰਦੀ ਹੈ। ਅਸੀਂ ਜਥੇਦਾਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਕਰਨ ਵਿੱਚ ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਕਰਨ ਦੇ ਵਿੱਚ ਸਮਰੱਥ ਹੈ। ਸੋ ਮੈਂ ਇਸ ਕਾਰਵਾਈ ਦੀ ਸਖਤ ਆਲੋਚਨਾ ਕਰਦਾ। ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਦੇ ਕੀਤੇ ਹੋਏ ਵਾਅਦੇ ਨੇ ਉਹਨਾਂ ਤੋਂ ਬਚਣ ਵਾਸਤੇ ਆਏ ਦਿਨ ਇਹ ਇਹੋ ਜਿਹੀਆਂ ਕਾਰਵਾਈਆਂ ਕਿਤੇ ਨਾ ਕਿਤੇ ਕੁਝ ਕਰਕੇ ਤੇ ਉਹ ਲੋਕਾਂ ਦਾ ਧਿਆਨ ਹਟਾ ਕੇ ਰੱਖਣਾ ਚਾਹੁੰਦੀ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।